सत श्री अकाल। ਅੱਗੇ ਅਸੀਂ ਕਰਾਂਗੇ ਕਵਿਤਰੀ ਪਾਲ ਕੌਰ ਦੀ ਲਿਖੀ ਕਵਿਤਾ ਖਜ਼ਾਨਾ। ਇਸ ਕਵਿਤਾ ਦੇ ਵਿੱਚ ਕਵਿਤਰੀ ਦੱਸਦੀ ਹੈ ਕਿ ਉਹ ਬਚਪਨ ਦੇ ਵਿੱਚ ਕੁੜੀ ਤੋਂ ਹੁਣ ਔਰਤ ਤੱਕ ਦਾ ਤੇ ਫਿਰ ਲੇਖਿਕਾ ਬਣਨ ਤੱਕ ਦਾ ਸਫ਼ਰ ਤੈਅ ਕਰਦੀ ਹੈ, ਪਰ ਉਹ ਆਪਣੇ ਬਚਪਨ ਨੂੰ ਕਦੇ ਨਹੀਂ ਭੁੱਲ ਪਾਉਂਦੀ। ਤੇ ਬਚਪਨ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਉਹ ਖੇਡਦੀ ਸੀਗੀ, ਉਹਨੂੰ ਹਮੇਸ਼ਾ ਯਾਦ ਰਹਿੰਦੀਆਂ ਤੇ ਉਹ ਹਮੇਸ਼ਾ ਉਹਨੂੰ ਚੰਗਾ ਕਰਨ ਦੇ ਲਈ ਪ੍ਰੇਰਦੀਆਂ ਰਹਿੰਦੀਆਂ। ਕੀ ਲਿਖਦੀ ਹੈ? ਨਿੱਕੀ ਹੁੰਦੀ ਸਾਂ ਤਾਂ ਚੂੜੀਆਂ ਦੇ ਟੋਟੇ, ਕੋਈ ਸ਼ੀਸ਼ੇ ਦਾ ਟੁਕੜਾ, ਕੋਈ ਕੌਡੀ, ਕੋਈ ਪੈਸਾ ਮੋਰੀ ਵਾਲਾ, ਚੁੰਨੀ ਦੇ ਲੜ ਬੱਝਾ, ਹੁੰਦਾ ਸੀ ਖਜ਼ਾਨਾ ਮੇਰਾ। ਕੀ ਲਿਖਦੀ ਹੈ ਕਵਿਤਰੀ ਕਿ ਜਦੋਂ ਮੈਂ ਨਿੱਕੀ ਹੁੰਦੀ ਸੀ ਤਾਂ ਜੋ ਕੁਝ ਵੀ ਆਲੇ ਦੁਆਲੇ ਬਿਖਰਿਆ ਪਿਆ ਮਿਲਣਾ, ਜਿਵੇਂ ਚੂੜੀਆਂ ਦੇ ਟੋਟੇ, ਸ਼ੀਸ਼ਿਆਂ ਦਾ ਕੋਈ ਟੁਕੜਾ, ਕੋਈ ਕੌਡੀ, ਕੋਈ ਮੋਰੀ ਵਾਲਾ ਪੈਸਾ। ਮੋਰੀ ਵਾਲੇ ਪੈਸੇ ਪਹਿਲਾਂ ਬਜ਼ੁਰਗਾਂ ਤੋਂ ਘਰ ਦੇ ਵਿੱਚ ਪੁੱਛੋਗੇ ਤਾਂ ਪਤਾ ਲੱਗ ਜਾਏਗਾ, ਮੋਰੀ ਵਾਲੇ ਪੈਸੇ ਹੁੰਦੇ ਸੀਗੇ। ਤੇ ਉਹ ਸਾਰਾ ਕੁਛ ਚੱਕ ਕੇ ਆਪਣੇ ਲੜ ਦੇ ਨਾਲ ਬੰਨ ਲੈਣਾ, ਤੇ ਉਹੀ ਕਹਿੰਦੀ ਮੇਰਾ ਖਜ਼ਾਨਾ ਹੁੰਦਾ ਸੀਗਾ। ਤੇ ਬਚਪਨ ਆਪਾਂ ਸਾਰਿਆਂ ਨੇ ਬਤੀਤ ਕੀਤਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਕਿੰਨਾ ਆਨੰਦ ਹੁੰਦਾ ਸੀਗਾ, ਕਿੰਨੀਆਂ ਕੀਮਤੀ ਹੁੰਦੀਆਂ ਸੀਗੀਆਂ, ਕਿਉਂਕਿ ਉਹਨਾਂ ਦੇ ਵਿੱਚੋਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਸੀਗੀ, ਉਹਨਾਂ ਦੇ ਨਾਲ ਹੀ ਅਸੀਂ ਖੇਡਣਾ ਹੁੰਦਾ ਸੀਗਾ। ਤੇ ਕਹਿੰਦੀ ਚੁੰਨੀ ਕਦੀ ਹੁੰਦੀ ਸੀ ਮੇਰੇ ਸਿਰ, ਕਦੀ ਮੇਰੀ ਗੁੱਡੀ ਦੇ ਸਿਰ। ਤੇ ਇਹ ਚੁੰਨੀ ਜਿਹਦੇ ਲੜਦੇ ਨਾਲ ਉਹਨੇ ਸਾਰਾ ਖਜ਼ਾਨਾ ਬੰਨਿਆ ਹੁੰਦਾ ਸੀਗਾ, ਕਦੀ ਕਹਿੰਦੀ ਮੇਰੇ ਸਿਰ ਦੇ ਉੱਤੇ ਮੈਂ ਲੈ ਲੈਣੀ ਤੇ ਕਦੀ ਮੇਰੀ ਗੁੱਡੀ ਦੇ ਸਿਰ ਦੇ ਉੱਤੇ ਮੈਂ ਦੇ ਦੇਣੀ। ਪਰ ਹੌਲੀ ਹੌਲੀ ਵੱਡੀ ਹੁੰਦੀ ਗਈ ਹਰ ਚੀਜ਼, ਰਹਿ ਗਈ ਬੱਝਣੋਂ ਚੁੰਨੀ ਦੇ ਲੜ ਨਾਲ। ਤੇ ਫਿਰ ਹੌਲੀ ਹੌਲੀ ਕਵਿਤਰੀ ਵੱਡੀ ਹੁੰਦੀ ਹੈ ਤੇ ਉਹਦੇ ਵੱਡੇ ਹੋਣ ਦੇ ਨਾਲ ਸਾਰੀਆਂ ਚੀਜ਼ਾਂ ਹੌਲੀ ਹੌਲੀ ਵੱਡੀਆਂ ਹੋ ਜਾਂਦੀਆਂ, ਜਿਨ੍ਹਾਂ ਨੂੰ ਉਹ ਆਪਣੀ ਚੁੰਨੀ ਦੇ ਲੜ ਦੇ ਨਾਲ ਬੰਨ ਕੇ ਸਮੇਟ ਨਹੀਂ ਸਕਦੀ। ਤੇ ਪਤਾ ਨਹੀਂ ਕਿਹੜੇ ਵੇਲੇ ਗੁੱਡੀ ਮੇਰੀ ਤੁਰ ਗਈ ਕਿਤੇ। ਇਹੀ ਸਭ ਕੁਛ ਹੁੰਦਾ ਹੈ। ਜਿਵੇਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਫਿਰ ਜਿਹੜੇ ਖਿਡੌਣਿਆਂ ਦੇ ਨਾਲ ਅਸੀਂ ਪਹਿਲਾਂ ਖੇਡਦੇ ਹੁੰਦੇ ਹਾਂ ਉਹ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ, ਹਨਾ, ਖਤਮ ਹੋ ਜਾਂਦੀ ਉਹਨਾਂ ਦੀ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ। ਅਸੀਂ ਖੇਡਦੇ ਨਹੀਂ ਉਹਨਾਂ ਦੇ ਨਾਲ, ਕਿਉਂਕਿ ਜੇਕਰ ਅਸੀਂ ਵੱਡੇ ਹੋ ਕੇ ਵੀ ਗੁੱਡੀਆਂ ਪਟੋਲਿਆਂ ਦੇ ਨਾਲ ਹੀ ਖੇਡੀ ਜਾਵਾਂਗੇ ਤਾਂ ਲੋਕਾਂ ਨੇ ਕਹਿਣਾ ਹੈ ਕਿ ਵੱਡਾ ਹੀ ਨਹੀਂ ਹੋਇਆ ਇਹ, ਹਨਾ। ਨਾਲੇ ਸਾਡੀ ਲੋੜ ਵੀ ਬਦਲਦੀ ਹੈ, ਅਸੀਂ ਉਹਦੇ ਅਨੁਸਾਰ ਗੁੱਡੀਆਂ ਜਾਂ ਏਦਾਂ ਦੇ ਖਿਡੌਣਿਆਂ ਦੇ ਵਿੱਚ ਫਸ ਕੇ ਨਹੀਂ ਰਹਿ ਸਕਦੇ। ਤੇ ਪਤਾ ਨਹੀਂ ਕਿਹੜੇ ਵੇਲੇ ਗੁੱਡੀ ਮੇਰੀ ਤੁਰ ਗਈ ਕਿਤੇ, ਚੁੰਨੀ ਨੇ ਵੀ ਬਦਲੇ ਕਈ ਰੰਗ ਤੇ ਰਹਿ ਗਈ ਮਹਿਜ਼ ਕੱਪੜਾ। ਤੇ ਚੁੰਨੀ ਬਚਪਨ ਦੇ ਵਿੱਚ ਬੱਚਾ ਬਹੁਤ ਸ਼ੌਂਕ ਦੇ ਨਾਲ ਲੈਂਦਾ, ਕੁੜੀਆਂ ਬਹੁਤ ਸ਼ੌਂਕ ਦੇ ਨਾਲ ਲੈਂਦੀਆਂ, ਇਹਦੇ ਵੀ ਕਈ ਰੰਗ ਬਦਲਦੇ ਆ। ਕਦੇ ਸ਼ੌਂਕ ਦੇ ਨਾਲ ਲੈਂਦੀ ਹੈ ਲੜਕੀ ਚੁੰਨੀ, ਤੇ ਕਦੇ ਸਮਾਜ ਦੇ ਹਨਾ ਦਿਖਾਵੇ ਦੇ ਲਈ, ਕਿਉਂਕਿ ਸਮਾਜ ਚਾਹੁੰਦਾ ਮਰਿਆਦਾ ਹੈ, ਉਸ ਮਰਿਆਦਾ ਨੂੰ ਪੂਰਦੀ ਹੈ ਉਹ, ਭਾਵੇਂ ਉਹਦਾ ਮਨ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ। ਤੇ ਇਸ ਤਰ੍ਹਾਂ ਕਹਿੰਦੀ ਕਿ ਮੇਰੀ ਚੁੰਨੀ ਨੇ ਵੀ ਕਈ ਰੰਗ ਬਦਲੇ। ਚਮਕੀ ਬਿਜਲੀ ਅਸਮਾਨੀ, ਬਰਸੇ ਬੱਦਲ ਕਣਕੋਰ, ਧੁਲਿਆ ਧਰਤੀ ਦਾ ਮੂੰਹ, ਮਿੱਟੀ ਚੋਂ ਲੱਭਿਆ ਫਿਰ ਖਜ਼ਾਨਾ, ਹੋਈ ਅੱਖਰ ਅੱਖਰ, ਪਾਈ ਅੱਖਰਾਂ ਚੋਂ ਰੂਹ। ਫਿਰ ਕਹਿੰਦੀ ਜ਼ਿੰਦਗੀ ਦੇ ਵਿੱਚ ਜਵਾਨੀ ਦੀ ਬਿਜਲੀ ਚਮਕੀ ਤੇ ਮਨ ਦੇ ਭਾਵਾਂ ਦੇ ਬੱਦਲ ਕਣਕੋਰ ਕਰਦੇ ਹੋਏ ਗੱਜਦੇ ਹੋਏ ਆਏ, ਤੇ ਜਿਹਦੇ ਨਾਲ ਸਾਡੇ ਮਨ ਰੂਪੀ ਧਰਤੀ ਜਿਹੜੀ ਆ ਉਹ ਧੋਤੀ ਗਈ। ਮਿੱਟੀ ਚੋਂ ਲੱਭਿਆ ਫਿਰ ਖਜ਼ਾਨਾ, ਕਹਿੰਦੀ ਮੈਨੂੰ ਹੁਣ ਇੱਕ ਹੋਰ ਇਸ ਮਨ ਦੀ ਮਿੱਟੀ ਦੇ ਵਿੱਚੋਂ ਖਜ਼ਾਨਾ ਲੱਭ ਗਿਆ। ਕਿਹੜਾ ਲੱਭਿਆ? ਹੋਈ ਅੱਖਰ ਅੱਖਰ, ਪਾਈ ਅੱਖਰਾਂ ਚੋਂ ਰੂਹ। ਫਿਰ ਉਹ ਲੇਖਿਕਾ ਬਣ ਗਈ, ਫਿਰ ਉਹਨੇ ਲਿਖਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਅੱਖਰਾਂ ਦੇ ਵਿੱਚੋਂ ਉਹਨੇ ਆਪਣੀ ਰੂਹ ਨੂੰ ਪਾ ਲਿਆ। ਕਿਉਂਕਿ ਕੋਈ ਵੀ ਕਵੀ ਜਦੋਂ ਲਿਖਦਾ ਹੈ ਤਾਂ ਆਪਣੀ ਰੂਹ ਤੇ ਲਿਖਦਾ, ਉਹ ਧੱਕੇ ਦੇ ਨਾਲ ਨਹੀਂ ਸ਼ਬਦ ਕੱਢਦਾ, ਆਪਣੇ ਆਪ ਉਮੜਦੇ ਉਹਦੇ ਅੰਦਰੋਂ ਉਹ ਸ਼ਬਦ। ਪਰ ਪਤਾ ਨਹੀਂ ਕਿੱਥੋਂ ਗੁੱਡੀ ਮੇਰੀ ਫਿਰ ਆ ਖਲੋਤੀ ਏ ਸਾਵੇਂ, ਚਾਵੇ ਚੂੜੀਆਂ ਦੀ ਛਣ ਛਣ, ਲੱਭੇ ਚੁੰਨੀ ਦਾ ਰੰਗ, ਫੜੀ ਬੈਠੀ ਏ ਸ਼ੀਸ਼ੇ ਦਾ ਟੋਟਾ, ਸਮਝੀ ਬੈਠੀ ਏ ਟੁਕੜਾ ਜਿਹਾ ਸੱਚ, ਖਜ਼ਾਨਾ ਆਖਰੀ। ਤੇ ਹੁਣ ਜਦੋਂ ਕਵਿਤਰੀ ਜਵਾਨ ਹੋ ਚੁੱਕੀ ਹੈ, ਲੇਖਿਕਾ ਬਣ ਚੁੱਕੀ ਹੈ, ਤੇ ਫਿਰ ਉਹ ਕਹਿੰਦੀ ਹੈ ਕਿ ਇੱਕ ਦਿਨ ਉਹੀ ਗੁੱਡੀ ਜਿਸ ਦੇ ਨਾਲ ਉਹ ਬਚਪਨ ਦੇ ਵਿੱਚ ਖੇਡਦੀ ਸੀਗੀ, ਕਹਿੰਦੀ ਉਹੀ ਉਹਦੇ ਸਾਹਮਣੇ ਇੱਕ ਦਿਨ ਆ ਕੇ ਖੜੀ ਹੋ ਜਾਂਦੀ ਹੈ। ਤੇ ਉਹ ਗੁੱਡੀ ਉਹੀ ਬਚਪਨ ਦੇ ਵਿੱਚ ਚੂੜੀਆਂ ਦੀ ਛਣ ਛਣ ਜਿਹੜੀ ਹੈ, ਚੂੜੀਆਂ ਪਾਉਣਾ ਚਾਹੁੰਦੀ ਹੈ ਤੇ ਚੁੰਨੀ ਲੱਭਣਾ ਚਾਹੁੰਦੀ ਹੈ ਕਿ ਕਿਹੜਾ ਰੰਗ ਮੇਰੇ ਤੇ ਫਬੇਗਾ। ਤੇ ਸ਼ੀਸ਼ੇ ਦਾ ਟੋਟਾ ਲੈ ਕੇ ਆਪਣੇ ਹੱਥ ਦੇ ਵਿੱਚ ਉਹ ਟੁਕੜਾ ਲੈ ਕੇ ਬੈਠੀ ਹੈ, ਤੇ ਉਸ ਟੁਕੜੇ ਨੂੰ ਹੀ ਉਹ ਆਪਣਾ ਆਖਰੀ ਸੱਚਾ ਖਜ਼ਾਨਾ ਮੰਨ ਕੇ ਬੈਠੀ ਹੈ। ਇਸੇ ਕਰਕੇ ਤਾਂ ਕਵਿਤਰੀ ਜਦੋਂ ਕਵਿਤਰੀ ਜਦੋਂ ਵੱਡੀ ਹੋ ਕੇ ਲੇਖਿਕਾ ਬਣਦੀ ਹੈ ਤਾਂ ਉਹ ਖਜ਼ਾਨਾ ਕਵਿਤਾ ਲਿਖਦੀ ਹੈ। ਗੁੱਡੀ ਮੇਰੀ ਲੱਗ ਜਾਂਦੀ ਏ ਸੀਨੇ ਕਦੇ, ਤੇ ਆ ਖਲੋਂਦੀ ਏ ਸਾਵੇਂ ਕਦੇ। ਤੇ ਇਹ ਗੁੱਡੀ ਕਹਿੰਦੀ ਕਦੇ ਮੇਰੇ ਸੀਨੇ ਨੂੰ ਲੱਗ ਜਾਂਦੀ ਹੈ
ਤੇ ਕਦੇ ਮੇਰੇ ਸਾਹਮਣੇ ਆ ਕੇ ਖਲੋ ਜਾਂਦੀ ਹੈ। ਮੇਰੇ ਪੱਲੇ ਤਾਨੇ ਕੌਡੀਆਂ ਕੁਝ, ਮੋਰੀ ਵਾਲੇ ਪੈਸੇ, ਸ਼ੀਸ਼ਿਆਂ ਚੂੜੀਆਂ ਦੇ ਟੋਟੇ, ਤੇ ਲੈ ਕੇ ਖਜ਼ਾਨਾ ਇਹ ਹੋ ਜਾਂਦੀ ਹਾਂ ਅੱਖਰ ਅੱਖਰ। ਤੇ ਇਹ ਗੁੱਡੀ ਜਿਹੜੀ ਉਹਦੇ ਸਾਹਮਣੇ ਆ ਕੇ ਖੜ ਜਾਂਦੀ ਹੈ। ਉਹਦੇ ਪੱਲੇ ਦੇ ਨਾਲ ਕੀ ਕੁਝ ਵੱਜਿਆ ਹੋਇਆ? ਕੁਝ ਕੌਡੀਆਂ, ਮੋਰੀ ਵਾਲੇ ਪੈਸੇ, ਸ਼ੀਸ਼ਿਆਂ ਦੇ ਟੁਕੜੇ। ਤੇ ਇਸ ਸਭ ਕੁਝ ਨੂੰ ਸਮੇਟਦੀ ਹੋਈ ਆ ਇਹ ਸਾਰੇ ਖਜ਼ਾਨੇ ਨੂੰ ਲੈ ਕੇ ਉਹ ਲਿਖਣਾ ਸ਼ੁਰੂ ਕਰ ਦਿੰਦੀ ਹੈ। ਅੱਖਰ ਅੱਖਰ ਹੋ ਜਾਂਦੀ ਹੈ। ਗੁੱਡੀ ਵੀ ਮੇਰੀ ਜਦੋਂ ਹੁੰਦੀ ਹੈ ਅੰਦਰ ਮੇਰੇ, ਤਾਂ ਹੁੰਦੀ ਹੈ ਖਜ਼ਾਨਾ ਨਾਇਆਬ। ਤੇ ਲੇਖਿਕਾ ਕੀ ਕਹਿੰਦੀ ਹੈ ਕਿ ਜਦੋਂ ਮੇਰੀ ਉਹ ਗੁੱਡੀ ਮੇਰੇ ਅੰਦਰ ਹੁੰਦੀ ਹੈ ਤਾਂ ਉਹ ਮੇਰਾ ਬਹੁਤ ਕੀਮਤੀ ਖਜ਼ਾਨਾ ਹੁੰਦੀ ਹੈ। ਪਤਾ ਨਹੀਂ ਹੁਣ ਇਹ ਖੌਫ ਹੈ ਕਿ ਗਿਆਨ ਕੇ ਬਿਜਲੀ ਫਿਰ ਚਮਕੇਗੀ, ਫਿਰ ਬਰਸੇਗੀ ਅੰਬਰੀ ਛਾਈ ਘਟਾ ਕਣ ਘੋਰ, ਵਹਿ ਜਾਵੇਗਾ ਉਤਲਾ ਮਿੱਟੀ ਘੱਟਾ, ਤੇ ਲੱਭੇਗਾ ਉਸਨੂੰ ਖਜ਼ਾਨਾ ਇੱਕ ਹੋਰ। ਫਿਰ ਕਵਿਤਰੀ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਹਦਾ ਡਰ ਹੋਵੇ ਜਾਂ ਫਿਰ ਉਹਦਾ ਗਿਆਨ ਹੋਵੇ। ਉਹਨੂੰ ਫਿਰ ਲੱਗਦਾ ਹੈ ਕਿ ਕੋਈ ਬਿਜਲੀ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਚਮਕੇਗੀ ਤੇ ਫਿਰ ਇੱਕ ਵਾਰ ਉਹਦੇ ਭਾਵਾਂ ਦੇ ਬੱਦਲ ਗਰਜਣਗੇ, ਵਰਸਣਗੇ, ਤੇ ਉਹਦੇ ਮਨ ਦੇ ਉਤਲਾ ਮਿੱਟੀ ਘੱਟਾ ਸਾਰਾ ਖਤਮ ਹੋ ਜਾਏਗਾ, ਧੁੱਲ ਜਾਏਗਾ, ਤੇ ਉਹਨੂੰ ਇੱਕ ਹੋਰ ਖਜ਼ਾਨਾ ਲੱਭ ਜਾਏਗਾ। ਮਤਲਬ ਉਹ ਲੇਖਿਕਾ ਹੁੰਦੇ ਹੋਏ ਲਿਖਦੇ ਲਿਖਦੇ ਕੁਛ ਐਸਾ ਲਿਖੇਗੀ ਜੋ ਉਹਨੂੰ ਇੱਕ ਚੰਗੀ ਲੇਖਿਕਾ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਚਮਕਾਏਗਾ। ਸੋ ਇਸ ਤਰ੍ਹਾਂ ਇਸ ਕਵਿਤਾ ਦੇ ਰਾਹੀਂ ਕਵਿਤਰੀ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੇ ਫਿਰ ਲੇਖਿਕਾ ਬਣਨ ਤੱਕ ਦੇ ਸਫ਼ਰ ਨੂੰ ਸ਼ਬਦਾਂ ਰਾਹੀਂ ਪਰੋਂਦੀ ਹੈ ਤੇ ਲੇਖਿਕਾ ਵਜੋਂ ਚੰਗੀ ਰਚਨਾ ਕਰਕੇ ਇੱਕ ਨਵਾਂ ਖਜ਼ਾਨਾ ਲੱਭ ਲੈਣ ਦੀ ਆਸ ਕਰਦੀ ਹੈ।